ਇੱਕ ਹੋਰ ਖਾਸ ਰਿਪੋਰਟ ਲੈ ਕੇ ਹਾਜ਼ਰ ਹਾਂ ਚੈਨਲ ਰਿਤੇਸ਼ ਲਖੀ ਅਨਪਲੱਗ ਦੇ ਵਿੱਚ ਤੇ ਅੱਜ ਤੋਂ ਇਸ YouTube ਚੈਨਲ ਤੇ ਆਉਣ ਵਾਲੇ ਇੱਕ ਹਫ਼ਤੇ ਤੱਕ ਇੱਕ ਖਾਸ ਸੀਰੀਜ਼ ਲੈ ਕੇ ਹਾਜ਼ਰ ਹੋਵਾਂਗਾ। ਹਰ ਰਿਪੋਰਟ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਅਗਲੇ ਪੂਰਾ ਇੱਕ ਹਫ਼ਤਾ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ 37 ਸਾਲ ਮੁਕੰਮਲ ਹੋਣ ਜਾ ਰਹੇ ਹੈਗੇ ਨੇ। ਜੂਨ ਦਾ ਉਹ ਪਹਿਲਾ ਹਫ਼ਤਾ ਸਾਲ 1984 ਦਾ ਸਾਲ ਜਦੋਂ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਉੱਤੇ ਫੌਜ ਵੱਲੋਂ ਹਮਲਾ ਕੀਤਾ ਗਿਆ, ਭਾਰਤੀ ਫੌਜ ਵੱਲੋਂ ਚੜ੍ਹਾਈ ਕੀਤੀ ਗਈ ਤੇ ਇਸ ਪੂਰੇ ਸਾਕੇ ਦੇ ਵਿੱਚ ਸੈਂਕੜਾ ਹਜ਼ਾਰਾਂ ਜਾਨਾਂ ਗਈਆਂ, ਬੇਦੋਸ਼ਾਂ ਦੀਆਂ ਜਾਨਾਂ ਗਈਆਂ। ਬਹੁਤ ਸੇ ਐਸੇ ਲੋਕ ਸਨ ਜੋ ਕਿ ਆਪਣੀ ਭਾਵਨਾਵਾਂ ਦੇ ਤਹਿਤ ਇਹ ਸਮਝ ਕੇ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਾਈ ਲੜ ਰਹੇ ਸਨ ਕਿ ਉਹ ਆਪਣੇ ਪੰਥ ਦੀ ਲੜਾਈ ਲੜ ਰਹੇ ਨੇ, ਉਹ ਪੰਜਾਬ ਦੀ ਲੜਾਈ ਲੜ ਰਹੇ ਨੇ। ਦੂਸਰੇ ਪਾਸੇ ਸੀ ਭਾਰਤੀ ਫੌਜ ਜੋ ਕਿ ਆਪਣੇ ਦੇਸ਼ ਲਈ ਲੜਾਈ ਲੜ ਰਹੀ ਸੀ, ਆਪਣੇ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਲੜਨ ਦੀ ਲੜਾਈ ਲੜ ਰਹੀ ਸੀ। ਹਾਲਾਂਕਿ ਇਹ ਬਹੁਤ ਭਾਵਨਾਤਮਕ ਮੁੱਦਾ ਹੈ, ਬਹੁਤ ਹੀ पेचीदा गलबात इस उत्ते हो सकती है क्योंकि बहुत कुछ कहा जा चुका है, बहुत सी ऐसी रिपोर्टिंग हो चुकी है, बहुत सी ऐसी तफसील दे नाल वेरवे ते जानकारियां मिलियां ने, अलग अलग क्वार्टर्स तो मिलियां ने। कुछ जानकारियां सानू खाड़कू पक्षां वालों मिलदियां रहिंदियां ने, कुछ जानकारियां सानू भारत के जिहड़े रिटायर होए ब्यूरोक्रैट्स वालों दित्तियां गईयां। सियासतदानां ने इसनूं अपनी रंगत देने की कोशिश की, लेकिन असल कहानी की सी इस बारे हजे भी बहुत से संशय बरकरार ने। किहड़े किरदारां दी की भूमिका रही ਤੇ ਕਿਹੜੇ ਐਸੇ ਫੈਕਟਰ ਸਨ ਜਿਨ੍ਹਾਂ ਨੇ ਕਿ ਆਪਣਾ ਰੋਲ ਅਦਾ ਕੀਤਾ ਇਸ ਵੱਡੀ ਸਾਕੇ, ਇਸ ਵੱਡੀ ਤਰਾਸਦੀ ਨੂੰ ਅੰਜਾਮ ਦੇਣ ਦੇ ਵਿੱਚ। ਸੋ ਇਸ ਲੜੀ, ਇਸ ਸੀਰੀਜ਼ ਜੋ ਕਿ ਅੱਜ ਤੋਂ ਇਸ ਵੀਡੀਓ ਤੋਂ ਸ਼ੁਰੂ ਹੋ ਰਹੀ ਹੈ, ਉਸ ਵਿੱਚ ਅਸੀਂ ਕੋਖਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫੌਜੀ ਆਪਰੇਸ਼ਨ ਤੇ ਜਿਸ ਤਰੀਕੇ ਦਾ ਲੜਾਈ ਤੇ ਖੂਨੀ ਸੰਘਰਸ਼ ਜਿਹੜਾ ਦਰਬਾਰ ਸਾਹਿਬ ਦੇ ਪ੍ਰਸਿੰਕਸ ਦੇ ਵਿੱਚ ਜਾਂ ਚੌਗਰਦੇ ਦੇ ਵਿੱਚ ਹੋਇਆ, ਉਸ ਦੇ ਬਾਰੇ ਬਹੁਤ ਕੁਝ पढ़िया जा चुका है, लिखा जा चुका है, बहुत कुछ नशर किया जा चुका है, तो बहुत लोगों ने बहुत विस्तार ते डिटेल भी जाके उस पूरे ऑपरेशन की तफसील दी है। फौजी कार्रवाई के ਵੱਖ-ਵੱਖ ਪਹਿਲੂਆਂ ਨੂੰ ਵੀ ਛੂਹਾਂਗੇ अगले वीडियोज़ ਦੇ ਵਿੱਚ, ਉਸ ਉੱਤੇ ਵੀ ਗੱਲ ਹੋਏਗੀ। लेकिन ऑलरेडी फौजी कार्रवाई ਤੇ उस खूनी संघर्ष उत्ते बहुत से वीडियोज़ या बहुत सी रिपोर्ट्स आ चुकियां ने, बहुत तफसील ਤੇ ਵੇਰਵਾ उपलब्ध है। लेकिन अपनी इस सीरीज़ ਦੇ ਵਿੱਚ ਕੋਖਣ ਦੀ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਵੱਖ-ਵੱਖ ਕਿਰਦਾਰਾਂ ਤੇ ਉਹਨਾਂ ਸਰੋਕਾਰਾਂ ਜਾਂ ਉਹਨਾਂ ਫੈਕਟਰਸ ਦੀ ਗੱਲ ਕਰੀਏ। ਉਹ ਲੋਕ ਜਿਨ੍ਹਾਂ ਦੀ ਭੂਮਿਕਾ ਸੀ, ਉਹ ਲੋਕ ਜੋ ਕਿ ਇਸ ਵੱਡੀ ਤਰਾਸਦੀ ਨੂੰ, ਇਸ ਵੱਡੇ ਸਾਕੇ ਨੂੰ ਅਵੋਇਡ ਹੁੰਦਾ ਦੇਖ ਸਕਦੇ ਸੀ, ਕਿਸੇ ਤਰੀਕੇ ਨਾਲ ਆਪਣੀ ਭੂਮਿਕਾ ਅਦਾ ਕਰ ਸਕਦੇ ਸੀਗੇ ਤਾਂ ਕਿ ਇਹ ਪੂਰਾ ਘਟਨਾਕ੍ਰਮ, ਇੱਕ ਪੂਰਾ ਪਾਣਾ ਨਾ ਵਾਪਰਦਾ। ਲੇਕਿਨ ਉਹਨਾਂ ਨੇ ਆਪਣੀ ਭੂਮਿਕਾ ਅਦਾ ਨਹੀਂ ਕੀਤੀ ਤੇ ਸੌੜੇ ਸਿਆਸੀ ਹਿੱਤਾਂ ਦੇ ਚੱਲਦਿਆਂ ਇਹ ਪੂਰੀ ਘਟਨਾ ਨੂੰ ਆਪਣੀ ਅੱਖਾਂ ਦੇ ਸਾਹਮਣੇ ਉਸੇ ਦਿਸ਼ਾ ਵੱਲ ਜਾਂਦਿਆਂ ਹੋਇਆ ਵੇਖਿਆ ਜੋ ਕਿ ਜਿਸ ਵੱਲ ਉਸ ਨੂੰ ਨਹੀਂ ਜਾਣਾ ਚਾਹੀਦਾ ਸੀ। ਸੋ ਮੇਰੀ ਇਸ ਸੀਰੀਜ਼ ਦੀ ਜਿਹੜਾ ਮੰਤਵ ਹੈ ਉਹ ਕੁਝ ਕਿਰਦਾਰਾਂ ਜਾਂ ਕੁਝ ਕੈਰੈਕਟਰਸ ਜੋ ਕਿ ਬਹੁਤ ਹੀ ਪਿਵਟਲ ਰੋਲਸ ਤੇ ਸਨ, ਬਹੁਤ ਹੀ ਕ੍ਰਿਟੀਕਲ ਭੂਮਿਕਾ ਦੇ ਵਿੱਚ ਸਨ, ਉਹਨਾਂ ਦੀ ਪੂਰੀ ਭੂਮਿਕਾ ਨੂੰ ਸਟੱਡੀ ਕਰਨਾ ਹੈ। ਕਿਉਂਕਿ ਇਹ ਮੰਨ ਲੈਣਾ ਵੀ ਇੰਦਰਾ ਗਾਂਧੀ ਨੇ ਹਮਲਾ ਕਰਾਇਆ, ਉਹਦੇ ਕੁਝ ਸਲਾਹਕਾਰ ਮਾੜੇ ਸਨ, ਉਹਦੇ ਪਿੱਛੇ ਥਿਊਰੀਜ਼ ਇਹੋ ਜਿਹੀਆਂ ਵੀ ਆਉਂਦੀਆਂ ਨੇ ਵੀ ਸੋਵੀਅਤ ਰੂਸ ਦੀ ਆਪਣੀ ਭੂਮਿਕਾ ਰਹੀ। ਸੋ ਇਹ ਤਮਾਮ ਵੱਖ-ਵੱਖ ਪਹਿਲੂ ਹੈਗੇ ਨੇ। ਭਾਰਤੀ ਫੌਜ ਨੇ ਕੀ ਕੀਤਾ, ਬਹੁਤ ਹੀ ਮਾੜਾ ਆਪਰੇਸ਼ਨ, ਭਾਰਤੀ ਫੌਜ ਦੇ ਇਤਿਹਾਸ ਦਾ ਸਭ ਤੋਂ ਮਾੜਾ ਆਪਰੇਸ਼ਨ ਇਸ ਨੂੰ ਕਿਹਾ ਜਾਏਗਾ। ਭਾਰਤੀ ਸਰਕਾਰ ਦੇ ਇਤਿਹਾਸ ਦਾ ਵੀ ਸਭ ਤੋਂ ਮਾੜਾ ਜਿਹੜੀ ਵਿਉਂਤਬੰਦੀ ਹੈ, ਸਭ ਤੋਂ ਮਾੜਾ ਜਿਹੜਾ ਆਪਰੇਸ਼ਨ ਹੈ ਇਸ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਆਪਰੇਸ਼ਨ ਨੇ ਅਚੀਵ ਕੁਝ ਨਹੀਂ ਕੀਤਾ ਬਲਕਿ ਜਿੰਨਾ ਨੁਕਸਾਨ ਕਰਤਾ ਉਸ ਦਾ ਅੰਦਾਜ਼ਾ ਨਾ ਤਾਂ ਇਸ ਆਪਰੇਸ਼ਨ ਨੂੰ ਕਰਨ ਵਾਲੀ ਉਸ ਫੌਜ ਦੇ ਜਰਨੈਲਾਂ ਨੂੰ ਸੀ, ਨਾ ਹੀ ਇੰਦਰਾ ਗਾਂਧੀ ਜਾਂ ਉਸ ਦੇ ਸਲਾਹਕਾਰਾਂ ਨੂੰ, ਜਾਂ ਉਹਨਾਂ ਨੇ ਜੇ ਉਹਨਾਂ ਨੂੰ ਅੰਦਾਜ਼ਾ ਸੀ ਵੀ ਤਾਂ ਉਹਨਾਂ ਨੇ ਇਹ ਚੀਜ਼ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੱਸਣੀ ਮੁਨਾਸਬ ਨਹੀਂ ਸਮਝੀ। ਸੋ ਟੋਟਲ ਮਿਸਕੈਲਕੂਲੇਸ਼ਨ ਸੀ, ਪੂਰੀ ਸਿਚੁਏਸ਼ਨ ਨੂੰ ਗਲਤ ਰੀਡ ਕੀਤਾ ਗਿਆ, ਸਿੱਖ ਭਾਵਨਾਵਾਂ, ਸਿੱਖ ਮੂਵਮੈਂਟ ਨੂੰ ਅੰਡਰ ਐਸਟੀਮੇਟ ਕੀਤਾ ਗਿਆ। ਬਹੁਤ ਸੇ ਐਸੇ ਲੋਕ ਸਨ ਜਿਨ੍ਹਾਂ ਨੇ ਕਿ ਇੰਦਰਾ ਗਾਂਧੀ ਨੂੰ ਗੁੰਮਰਾਹ ਕੀਤਾ ਤੇ ਜਿਹੜੇ ਜ਼ਮੀਨੀ ਪੱਧਰ ਤੇ ਜਿਹੜਾ ਮਾਹੌਲ ਸੀ, ਜੋ ਇੱਕ ਸੈਂਟੀਮੈਂਟ ਸੀ, ਉਸ ਨੂੰ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚਾਇਆ ਗਿਆ ਤੇ ਪ੍ਰਧਾਨ ਮੰਤਰੀ ਨੇ ਫਿਰ ਐਸਾ ਇੱਕ ਗਲਤ ਫੈਸਲਾ ਲੈ ਲਿਆ ਤੇ ਫੌਜੀ ਇਹ ਜਿਹੜਾ ਹਮਲਾ ਸੀ ਉਸ ਨੂੰ ਇੱਕ ਅਲਟਰਨੇਟ ਦੇ ਰੂਪ ਵਿੱਚ ਉਹਨਾਂ ਨੇ ਚੁਣਿਆ ਜੋ ਕਿ ਬਾਅਦ ਦੇ ਵਿੱਚ ਉਹਨਾਂ ਦੇ ਆਪਣੇ ਲਈ ਘਾਤਕ ਸਾਬਤ ਹੋਇਆ। ਬਾਅਦ ਦੇ ਵਿੱਚ ਉਹਨਾਂ ਨੂੰ ਵੀ ਅਕਤੂਬਰ ਦੇ ਵਿੱਚ ਮਾਰ ਮੁਕਾਇਆ ਗਿਆ। ਲੇਕਿਨ ਅੱਜ ਦੀ ਜਿਹੜੀ ਗੱਲਬਾਤ ਹੈ, ਅੱਜ ਦੇ ਇਸ ਰਿਪੋਰਟ ਦਾ ਸਬਬ ਹੈ ਉਹ ਦੋ किरदार, वो दो अहम किरदार, हालांकि ਉਹਦੇ ਨਾਲ ਇੱਕ ਤੀਜਾ किरदार भी है जो कि ਤਿੰਨੋਂ ਪੰਜਾਬੀ ਸਨ, ਤਿੰਨੋਂ ਸਿੱਖ ਸਨ ਤੇ ਤਿੰਨੋਂ ਲੋਕ ਜਿਹੜੇ ਕਿ ਬਹੁਤ ਹੀ ਅਹਿਮ ਅਹੁਦਿਆਂ ਦੇ ਉੱਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਵਿੱਚ ਬੈਠੇ ਸਨ ਤੇ ਇੱਕ ਹੀ ਪਾਰਟੀ ਨਾਲ ਉਹਨਾਂ ਦਾ ਕਨੈਕਸ਼ਨ ਸੀ, ਉਹਨਾਂ ਦਾ ਸੰਬੰਧ ਸੀ। ਪਾਰਟੀ ਸੀ ਕਾਂਗਰਸ ਤੇ ਇਹ ਤਿੰਨ ਲੀਡਰ ਸਨ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ ਅਤੇ ਬੂਟਾ ਸਿੰਘ। ਲੇਕਿਨ ਇਸ ਰਿਪੋਰਟ ਦੇ ਦਾਇਰੇ ਦੇ ਵਿੱਚ ਮੈਂ ਖਾਸ ਕਰਕੇ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਹੋਣਾ ਨੂੰ ਲੈ ਕੇ ਆਉਣਾ ਚਾਹਾਂਗਾ। ਹਾਲਾਂਕਿ ਬੂਟਾ ਸਿੰਘ ਹੋਣਾ ਦੇ ਰੋਲ ਉੱਤੇ ਵੀ ਬਹੁਤ ਸੇ ਸੰਸੇ ਨੇ ਤੇ ਬਹੁਤ ਸੇ ਕਿੰਤੂ ਪਰੰਤੂ ਹੁੰਦੇ ਨੇ, ਉਹਨਾਂ ਦੀ ਭੂਮਿਕਾ ਦੇ ਉੱਤੇ ਵੀ ਬਹੁਤ ਹੀ ਕ੍ਰਿਟੀਕਲ ਵਿਊਜ਼ ਆਉਂਦੇ ਰਹੇ ਨੇ। ਲੇਕਿਨ ਇਸ ਰਿਪੋਰਟ ਦੇ ਦਾਇਰੇ ਵਿੱਚ ਰਹੇਗਾ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੀ ਆਪਸੀ ਕੁੜੱਤਣ, ਆਪਸੀ ਦੁਸ਼ਮਣੀ, ਇੱਕ ਪਾਰਟੀ ਵਿੱਚ ਰਹਿੰਦਿਆਂ ਹੋਇਆ ਇੱਕ ਸੂਬੇ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਜੋ ਕਿ 1980 ਤੋਂ ਬਾਅਦ ਮੁੱਖ ਮੰਤਰੀ ਸਨ ਤੇ ਗਿਆਨੀ ਜੈਲ ਸਿੰਘ ਜੋ ਕਿ ਗ੍ਰਹਿ ਮੰਤਰੀ
ਕੇਂਦਰ ਦੇ ਗ੍ਰਹਿ ਮੰਤਰੀ ਬਣੇ। ਉਸ ਤੋਂ ਬਾਅਦ ਜਦੋਂ ਸਾਕਾ ਨੀਲਾ ਤਾਰਾ ਹੁੰਦਾ ਹੈ ਤਾਂ ਗਿਆਨੀ ਜ਼ੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਵੀ ਹੁੰਦੇ ਨੇ, ਕਿਉਂਕਿ ਤਕਰੀਬਨ 1.5 ਸਾਲ ਪਹਿਲਾਂ ਉਹਨਾਂ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀ। ਸੋ ਇਹ ਸਮਝੇ ਵੀ ਇੰਦਰਾ ਗਾਂਧੀ ਦੀ ਜਿਹੜੀ ਸਰਕਾਰ ਸੀ ਉਸ ਦੇ ਵਿੱਚ ਗਿਆਨੀ ਜ਼ੈਲ ਸਿੰਘ ਹੋਮ ਮਿਨਿਸਟਰ ਸਨ। ਬੂਟਾ ਸਿੰਘ ਕੋਲ ਬਹੁਤ ਇੱਕ ਅਹਿਮ ਮਹਿਕਮਾ ਸੀ, ਪਾਰਲੀਮੈਂਟਰੀ ਅਫੇਅਰਸ ਦਾ ਮਹਿਕਮਾ ਵੀ ਬਾਅਦ ਦੇ ਵਿੱਚ ਉਹਨਾਂ ਕੋਲ ਆਇਆ। ਉਸ ਹਾਲਾਤ ਦੇ ਵਿੱਚ ਇੰਦਰਾ ਗਾਂਧੀ ਦੇ ਸਲਾਹਕਾਰ ਚਾਹੇ ਅਰੁਣ ਨਹਿਰੂ ਜਾਂ ML ਫੋਤੇਦਾਰ ਵਰਗੇ ਲੋਕ ਰਹੇ ਹੋਣ, ਲੇਕਿਨ ਐਸੇ ਸਿੱਖ ਇੰਦਰਾ ਗਾਂਧੀ ਦੇ ਆਸ-ਪਾਸ ਸਨ, ਐਸੇ ਆਗੂ, ਕਾਂਗਰਸ ਦੇ ਉਹ ਆਗੂ ਜੋ ਕਿ ਇਸ ਪੂਰੀ ਘਟਨਾਕ੍ਰਮ ਜਾਂ ਇਸ ਪੂਰੇ ਵੱਡੇ ਸਾਕੇ ਨੂੰ ਅਵੋਇਡ ਕਰ ਸਕਦੇ ਸਨ, ਇਸ ਨੂੰ ਹੋਣ ਤੋਂ ਰੋਕ ਸਕਦੇ ਸਨ। ਲੇਕਿਨ ਉਹਨਾਂ ਦੀ ਜਿਹੜੀ ਭੂਮਿਕਾ ਸੀ ਉਹ ਬਹੁਤ ਹੀ ਮਾੜੀ ਤੇ ਮੰਦਭਾਗੀ ਰਹੀ। ਲੇਕਿਨ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਦਾ ਜਿਹੜਾ 36 ਦਾ ਆંકੜਾ ਸੀ ਉਸਨੇ ਪੰਜਾਬ ਦੇ ਹਿੱਤਾਂ ਦਾ ਉਹ ਕਾਣ ਕੀਤਾ ਤੇ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਭੂਮਿਕਾ ਇਹ ਦੋਵੇਂ ਲੀਡਰਾਂ ਦੀ ਆਪਸੀ ਕੁੜੱਤਣ ਤੇ ਰੰਜਿਸ਼ ਦੀ ਕਹੀ ਜਾ ਸਕਦੀ ਹੈ, ਮੰਨੀ ਜਾ ਸਕਦੀ ਹੈ। ਅਸੀਂ ਬਾਅਦ ਦੇ ਆਪਰੇਸ਼ਨਸ ਦੀ ਨਹੀਂ ਗੱਲ ਕਰ ਰਹੇ, ਅਸੀਂ ਉਸ ਪੂਰੀ ਘਟਨਾਕ੍ਰਮ ਤੇ ਉਸ ਲੜੀ ਦੇ ਵਿੱਚ ਉਸ ਜਿਹੜੀ ਡਿਵੈਲਪਮੈਂਟਸ ਹੋਈਆਂ ਪਿਛਲੇ ਤਕਰੀਬਨ ਇੱਕ ਦਹਾਕੇ ਵਿੱਚ ਉਹਨਾਂ ਨੂੰ ਜੇ ਧਿਆਨ ਨਾਲ ਦੇਖੀਏ, ਉਹਨਾਂ ਤੇ ਨਜ਼ਰ ਮਾਰੀਏ ਤਾਂ ਸਮਝ ਵਿੱਚ ਆਉਂਦਾ ਹੈ ਵੀ ਇਹ ਦੋ ਲੀਡਰ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ ਐਡਾ ਨੁਕਸਾਨ ਕਰ ਗਏ। ਈਵਨ ਬੂਟਾ ਸਿੰਘ ਦੀ ਬੜੀ ਭੂਮਿਕਾ ਰਹੀ ਕਿਉਂਕਿ ਇਹਨਾਂ ਨੇ ਆਪਸੀ ਖਹਿਬਾਜ਼ੀ ਜਾਂ ਆਪਸੀ ਖਾਨਾ ਜੰਗੀ ਜਿਹੜੀ ਇਹਨਾਂ ਦੀ ਕਾਂਗਰਸ ਦੇ ਅੰਦਰਲੇ ਜਿਹੜੀ ਖਾਨਾ ਜੰਗੀ ਸੀ ਉਸ ਦੀ ਜਿਹੜੀ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਪੰਜਾਬ ਨੂੰ ਭੁਗਤਣਾ ਪਿਆ, ਸਿੱਖ ਮਾਸਸ ਨੂੰ ਭੁਗਤਣਾ ਪਿਆ। ਹਾਲਾਂਕਿ ਭੂਮਿਕਾਵਾਂ ਹੋਰ ਬਹੁਤ ਪਾਰਟੀਆਂ ਤੇ ਲੀਡਰਾਂ ਦੀਆਂ ਵੀ ਮਾੜੀਆਂ ਰਹੀਆਂ, ਉਹਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਦੀ ਪੂਰਾ ਯੋਗਦਾਨ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣਾ ਵੱਲੋਂ ਇੱਕ ਆਪਣੀ ਹੀ ਉਹਨਾਂ ਦੀ ਇੱਕ ਮੂਵਮੈਂਟ ਸੀ ਜਿਹਦੇ ਉੱਤੇ ਕੋਈ ਕੰਟਰੋਲ ਕਿਸੇ ਦਾ ਨਹੀਂ ਸੀ, ਲੇਕਿਨ ਇਹ ਸਾਰੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ, ਇਸ ਸਾਕੇ ਨੂੰ ਵੀ ਰੋਕਿਆ ਜਾ ਸਕਦਾ ਸੀ। 1972 ਵਿੱਚ ਜਦੋਂ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ, ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਬਣਦੇ ਨੇ ਤੇ ਇੱਕ ਬਹੁਤ ਹੀ ਥੰਪਿੰਗ ਮੈਜੋਰਿਟੀ ਨਾਲ ਉਹਨਾਂ ਦੀ ਸਰਕਾਰ ਆਉਂਦੀ ਹੈ। ਉਸ ਵਕਤ ਤੋਂ ਇਸ ਪੂਰੀ ਕੁੜੱਤਣ ਦੀ ਵੀ ਸ਼ੁਰੂਆਤ ਹੁੰਦੀ ਹੈ। ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਦੇ ਆਪਸੀ ਜਿਹੜੀ ਖਹਿਬਾਜ਼ੀ ਹੈ ਉਸ ਦੀ ਸ਼ੁਰੂਆਤ ਉਸ ਤੋਂ ਵੇਖੀ ਜਾਂਦੀ ਹੈ। ਉਸ ਵਕਤ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਜੋ ਕਿ ਉਸ ਵਕਤ ਜਿਉਂਦੇ ਹੁੰਦੇ ਨੇ ਤੇ ਬਹੁਤ ਐਕਟਿਵ ਹੁੰਦੇ ਨੇ, ਇਹ ਉਹ ਦੌਰ ਹੁੰਦਾ ਜੋ ਕਿ ਐਮਰਜੈਂਸੀ ਤੋਂ ਪਹਿਲੇ ਦੇ ਕੁਝ ਸਾਲ ਹੁੰਦੇ ਨੇ। ਉਸ ਵਕਤ ਜਦੋਂ ਕਿ ਇੱਕ ਦਮਨਕਾਰੀ ਨੀਤੀ ਦੇ ਤਹਿਤ ਕਾਂਗਰਸ, ਇੰਦਰਾ ਗਾਂਧੀ ਤੇ ਸੰਜੇ ਗਾਂਧੀ ਟੋਟਲ ਇੱਕ ਬਰੂਟਲ ਲੈਵਲ ਤੇ ਉਹਨਾਂ ਦਾ ਕੰਮ ਸੀਗਾ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਅਕਾਲੀਆਂ ਨੂੰ ਅਸੀਂ ਦੱਬ ਕੇ ਰੱਖੀਏ, ਅਕਾਲੀਆਂ ਦੇ ਉੱਤੇ ਆਪਣਾ ਪੈਰ ਰੱਖੀਏ। ਤੇ ਇਸੇ ਤਹਿਤ ਜਿਹੜੀ ਨਿਸ਼ਾਨਦੇਹੀ ਹੁੰਦੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੁੰਦੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਲੀਡਰ ਦੇ ਤੌਰ ਤੇ ਇਮਰਜ ਕਰ ਰਹੇ ਹੁੰਦੇ ਨੇ। ਬਹੁਤ ਸੀ ਐਸੀ ਥਿਓਰੀਜ਼ ਤੇ ਕਾਊਂਟਰ ਥਿਓਰੀਜ਼ ਆਈਆਂ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਖੜਾ ਕੀਤਾ। ਕਾਂਗਰਸ ਨੇ ਉਹਨਾਂ ਨੂੰ ਖੜਾ ਕੀਤਾ ਹੈ ਨਹੀਂ ਕੀਤਾ ਇਹਦੇ ਉੱਤੇ ਦਾ ਪੁਖਤਾ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ, ਲੇਕਿਨ ਸ਼ੁਰੂਆਤੀ ਫੇਜ਼ ਦੇ ਵਿੱਚ ਉਹਨਾਂ ਨੂੰ ਕਾਂਗਰਸ ਦਾ ਬਹੁਤ ਸਮਰਥਨ ਮਿਲਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਿੱਚ ਸੰਜੇ ਗਾਂਧੀ ਅਤੇ ਜ਼ੈਲ ਸਿੰਘ ਨੂੰ ਇੱਕ ਐਸਾ ਲੀਡਰ ਦਿਸਣਾ ਸ਼ੁਰੂ ਹੋ ਚੁੱਕਾ ਸੀ ਜੋ ਕਿ ਅਕਾਲੀਆਂ ਦਾ ਤੋੜ ਸੀ ਜਾਂ ਅਕਾਲੀ ਲੀਡਰਸ਼ਿਪ ਦੀ ਕਾਟ ਸੀ। ਸੋ ਜ਼ਾਹਰੀ ਤੌਰ ਤੇ ਬਹੁਤ ਸੀ ਐਸੀ ਗਤੀਵਿਧੀਆਂ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ, ਉਹਨਾਂ ਉੱਤੇ ਕੋਈ ਅੰਕੁਸ਼ ਨਹੀਂ ਸੀ ਤੇ ਸ਼ੁਰੂਆਤੀ ਫੇਜ਼ ਦੇ ਵਿੱਚ ਉਹਨਾਂ ਨੂੰ ਹਵਾ ਵੀ ਦਿੱਤੀ ਗਈ, ਕਾਂਗਰਸ ਵੱਲੋਂ ਹੁਲਾਰਾ ਵੀ ਦਿੱਤਾ ਗਿਆ ਕਿਉਂਕਿ ਸਮਝਾ ਇਹ ਜਾ ਰਿਹਾ ਸੀ ਵੀ ਜਿੰਨਾ ਮਜ਼ਬੂਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੀਤਾ ਜਾਏਗਾ, ਅਸੀਂ ਇਹ ਐਮਰਜੈਂਸੀ ਤੇ ਐਮਰਜੈਂਸੀ ਤੋਂ ਬਾਅਦ ਦੇ ਦਹਾਕਿਆਂ ਦੀ ਗੱਲ ਕਰ ਰਹੇ ਹਾਂ, ਉਨੀ ਹੀ ਕਮਜ਼ੋਰ ਅਕਾਲੀ ਦਲ ਦੀ ਲੀਡਰਸ਼ਿਪ ਹੋਏਗੀ। ਸੋ ਇਸ ਕੈਲਕੂਲੇਸ਼ਨ ਜੋ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਜ਼ਿਹਨ ਦੇ ਵਿੱਚ ਸੀ, ਮੈਂ ਕੇਂਦਰੀ ਸਰਕਾਰ ਦੀ ਜਾਂ ਕੇਂਦਰ ਦੀ ਉਸ ਕਾਂਗਰਸ ਦੀ ਗੱਲ ਕਰ ਰਿਹਾ ਜਿਸ ਦੀ ਕਿ ਲੀਡਰਸ਼ਿਪ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਕੋਲ ਉਸਦੇ ਬਹੁਤ ਸੇ ਅਫੇਅਰਸ ਹੋਇਆ ਕਰਦੇ ਸਨ ਕਿਉਂਕਿ ਦੇਸ਼ ਦੇ ਵਿੱਚ ਵੀ ਉਸ ਵਕਤ ਇੱਕ ਐਸਾ ਮਾਹੌਲ ਸੀ, ਐਮਰਜੈਂਸੀ ਆ ਜਾਂਦੀ ਹੈ, ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਨੂੰ ਹਟਾਇਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਵਾਪਸ ਇੰਦਰਾ ਗਾਂਧੀ 1980 ਦੇ ਵਿੱਚ ਜਦੋਂ ਆਉਂਦੀ ਹੈ, ਹਾਲਾਂਕਿ ਉਸ ਵਕਤ ਸੰਜੇ ਗਾਂਧੀ ਦੀ ਮੌਤ ਹੋ ਚੁੱਕੀ ਹੁੰਦੀ ਹੈ ਇੱਕ ਹਵਾਈ ਹਾਦਸੇ ਦੇ ਵਿੱਚ, ਲੇਕਿਨ ਇੱਕ ਮਾਹੌਲ ਐਸਾ ਬਣ ਚੁੱਕਾ ਹੁੰਦਾ ਜਦੋਂ ਕਿ ਧਰਮ ਯੁੱਧ ਮੋਰਚੇ ਨੂੰ 1982 ਦੇ ਆਸ-ਪਾਸ ਸ਼ੁਰੂ ਕਰਨ ਲਈ ਇੱਕ ਪੂਰਾ ਫਰਟਾਈਲ ਗਰਾਊਂਡ ਅਵੇਲੇਬਲ ਹੁੰਦਾ ਤੇ ਇਸ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਨੂੰ ਸਿਰਫ ਅਕਾਲੀ ਦਲ ਨੂੰ ਨੁੱਕਰ ਤੇ ਲਾਣ ਜਾਂ ਅਕਾਲੀ ਦਲ ਨੂੰ ਸਾਈਡਲਾਈਨ ਕਰਨ ਦੇ ਲਈ ਇੱਕ ਆਪਣੇ ਆਪ ਦੇ ਵਿੱਚ ਲੀਡਰ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੁੰਦਾ ਜਿਸ ਦੇ ਪਿੱਛੇ ਥਾਪੜਾ ਦੇ ਕੇ ਉਹ ਆਪਣੇ ਮੁਫਾਦ ਪੂਰਨੇ ਚਾਹੁੰਦੇ ਹੁੰਦੇ ਨੇ। ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਆਪਣੀ ਕੰਮ ਕਰਨ ਦਾ ਤਰੀਕਾ ਹੁੰਦਾ ਜੋ ਕਿ ਬਾਅਦ ਦੇ ਵਿੱਚ ਬਿਲਕੁਲ ਉਲਟ ਹੋ ਜਾਂਦਾ ਹੈ ਤੇ ਕਾਂਗਰਸ ਦੀ ਜਿਹੜੀ ਸੋਚ ਹੁੰਦੀ ਹੈ, ਕਾਂਗਰਸ ਦਾ ਜਿਹੜਾ ਮੁਫਾਦ ਹੁੰਦਾ ਹੈ, ਉਹਦਾ ਮਕਸਦ ਮਨਸੂਬਾ ਹੁੰਦਾ ਹੈ ਵੀ ਭਿੰਡਰਾਂਵਾਲੇ ਨੂੰ ਅੱਗੇ ਲਾ ਕੇ ਅਕਾਲੀ ਲੀਡਰਸ਼ਿਪ ਨੂੰ ਅਸੀਂ ਟਾਲਾਂਗੇ, ਉਸ ਦੇ ਵਿੱਚ ਉਹਨਾਂ ਨੂੰ ਬਿਲਕੁਲ ਨਾਮੋਸ਼ੀ ਹੁੰਦੀ ਹੈ। ਉਹਨਾਂ ਦਾ ਪੂਰਾ ਜਿਹਨੂੰ ਕਹਿ ਸਕਦੇ ਹਾਂ ਪਲਾਨ ਧਰਿਆ ਦਾ ਧਰਿਆ ਰਹਿ ਜਾਂਦਾ ਹੈ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਵੱਖਰਾ ਏਜੰਡਾ ਲੈ ਕੇ ਅੱਗੇ ਆ ਚੁੱਕੇ ਹੁੰਦੇ ਨੇ। ਸੋ ਅਸੀਂ ਗੱਲ ਸ਼ੁਰੂਆਤ ਕੀਤੀ ਸੀ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਦੀ ਆਪਸੀ ਕੁੜੱਤਣ ਤੇ ਉਸੇ ਨੁਕਤੇ ਤੇ ਵਾਪਸ ਮੁੜਦੇ ਹਾਂ ਕਿਉਂਕਿ ਇਹ ਦੋਵੇਂ ਲੀਡਰਾਂ ਦੇ ਵਿੱਚ ਆਪਸੀ ਜਿਹੜੀ ਤਲਖੀ ਸੀ, ਆਪਸੀ ਜਿਹੜੀ ਤਣਾਅ ਸੀ, ਉਹ ਗਾਹੇ ਬਗਾਹੇ ਉੱਭਰ ਕੇ ਆਉਂਦਾ ਸੀ ਤੇ ਉਸੇ ਇਨਸਿਕਿਉਰਿਟੀ ਦੇ ਚੱਲਦੇ, ਅਸੁਰੱਖਿਆ ਦੀ ਭਾਵਨਾਵਾਂ ਦੇ ਚੱਲਦੇ ਦੋਵੇਂ ਲੀਡਰਾਂ ਨੇ
ਅਕਾਲੀਆਂ ਦੇ ਵਿੱਚ ਵੀ ਆਪਣੇ ਆਪਣੇ ਜਿਹੜੇ ਸੈੱਲ ਸਨ ਉਹਨਾਂ ਨੂੰ ਕਾਇਮ ਕੀਤਾ। ਖਾਸ ਕਰਕੇ ਗਿਆਨੀ ਜੈਲ ਸਿੰਘ, ਜਿਨ੍ਹਾਂ ਉੱਤੇ ਮੰਨਿਆ ਜਾਂਦਾ ਹੈ ਵੀ ਗਿਆਨੀ ਜੈਲ ਸਿੰਘ ਦੀ ਨੇੜਤਾ ਅਕਾਲੀ ਲੀਡਰਾਂ ਦੇ ਨਾਲ ਵੀ ਰਹੀ ਤੇ ਬਹੁਤ ਸੇ ਮੌਕਿਆਂ ਤੇ ਉਹਨਾਂ ਨੇ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਅਕਾਲੀਆਂ ਨੂੰ ਹੱਲਾਸ਼ੇਰੀ ਦਿੱਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣਾ ਦੇ ਨਾਲ ਵੀ ਉਹਨਾਂ ਦਾ ਇੱਕ ਅੰਦਰੂਨੀ ਖਾਤੇ ਇੱਕ ਐਸਾ ਰਾਬਤਾ ਸੀ, ਕਨੈਕਸ਼ਨ ਸੀ ਤੇ ਬਹੁਤ ਸੇ ਐਸੇ ਕ੍ਰਿਟੀਕਲ ਮੌਕੇ ਹੈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤੇ ਜਾਣ, ਚਾਹੇ ਉਹ ਪੰਜਾਬ ਪੁਲਿਸ ਦੇ ਵਾਰੰਟਾਂ ਉੱਤੇ ਗ੍ਰਿਫਤਾਰ ਕੀਤਾ ਜਾਣਾ ਸੀ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਆਪਣੀਆਂ ਸਪੈਸ਼ਲ ਫੋਰਸਿਸ ਲਾ ਕੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਜਾਣਾ ਸੀ। ਇਹ ਸਾਰੀ ਗੱਲਾਂ ਬਾਤਾਂ ਦਾ ਮੈਂ ਵੇਰਵਾ ਕੁਝ ਅਗਲੇ ਆਉਣ ਵਾਲੇ ਰਿਪੋਰਟਸ ਜਾਂ ਵੀਡੀਓਜ਼ ਦੇ ਵਿੱਚ ਦਾਂਗਾ ਜ਼ਰੂਰ। ਲੇਕਿਨ ਐਸੇ ਬਹੁਤ ਸੇ ਕ੍ਰਿਟੀਕਲ ਮੌਕੇ ਜਿੱਥੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਜਾਣਾ ਸੀ, ਉਹਨਾਂ ਨੂੰ ਅੰਦਰਲੇ ਖਾਤਿਆਂ ਅੰਦਰਲੇ ਜਿਹੜੇ ਉਹਨਾਂ ਦੇ ਹਲਕੇ ਸਨ ਉੱਥੋਂ ਖਬਰਾਂ ਮਿਲਦੀਆਂ ਰਹੀਆਂ। ਕੇਂਦਰੀ ਖੁਫੀਆ ਏਜੰਸੀਆਂ ਤੇ ਕੇਂਦਰ ਸਰਕਾਰ ਦੇ ਜਿਹੜੇ ਆਪਣੇ ਹਲਕੇ ਸਨ ਉਹਨਾਂ ਦੇ ਵਿੱਚੋਂ ਇੱਕ ਆਮ ਰਾਏ ਸੀ ਜਾਂ ਇੱਕ ਆਮ ਓਪੀਨੀਅਨ ਬਣਿਆ ਹੋਇਆ ਸੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੰਦਰੂਨੀ ਜਿਹੜੀਆਂ ਖਬਰਾਂ ਮਿਲਦੀਆਂ ਨੇ, ਜਿਸ ਦਾ ਸਦਕਾ ਉਹ ਹਮੇਸ਼ਾ ਹੀ ਬਹੁਤ ਹੀ ਨਾਜ਼ੁਕ ਮੌਕਿਆਂ ਤੇ ਗਿਰਫਤ ਦੇ ਵਿੱਚੋਂ ਸਿਕਿਉਰਿਟੀ ਏਜੰਸੀਜ਼ ਵੱਲੋਂ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਬਚਦੇ ਰਹੇ, ਨਿਕਲਦੇ ਰਹੇ ਤੇ ਸਾਰੇ ਉਹਨਾਂ ਪਲਾਨਸ ਨੂੰ ਚੌਪਟ ਕਰਤਾ। ਉਹ ਕਾਫੀ ਹੱਦ ਤੱਕ ਇਨਪੁਟ ਜਿਹੜੀ ਸੀ ਉਹ ਲੀਕ ਕੀਤੀ ਜਾਂਦੀ ਸੀ, ਜੋ ਕਿ ਗਿਆਨੀ ਜੈਲ ਸਿੰਘ ਵੱਲੋਂ ਲੀਕ ਕੀਤੀ ਜਾਂਦੀ ਸੀ। ਗਿਆਨੀ ਜੈਲ ਸਿੰਘ ਦੇ ਜਿਹੜੇ ਤਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਲ ਟਰੇਸ ਹੁੰਦੇ ਨੇ, ਉਹ ਸਿੱਧੇ ਤੇ ਸਿੱਧੇ ਤਰੀਕੇ ਨਾਲ ਜਥੇਦਾਰ ਸੰਤੋਖ ਸਿੰਘ, ਜਿਨ੍ਹਾਂ ਨੂੰ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਵੀ ਲਾਇਆ ਗਿਆ ਸੀ ਤੇ ਜੋ ਕਿ ਇੰਦਰਾ ਗਾਂਧੀ ਜਾਂ ਤਤਕਾਲੀ ਜਿਹੜੀ ਕਾਂਗਰਸ ਸਰਕਾਰ ਦੀ ਗੁੱਡ ਬੁੱਕਸ ਦੇ ਵਿੱਚ ਸਨ। ਮਨਜੀਤ ਸਿੰਘ ਜੀ ਕੇ ਜਿਹੜੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਹਾਲ ਹੀ ਵਿੱਚ ਜਿਹੜੇ ਪ੍ਰਧਾਨ ਰਹੇ ਨੇ, ਉਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਸਨ। ਉਹਨਾਂ ਦੇ ਥਰੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਲ ਗਿਆਨੀ ਜੈਲ ਸਿੰਘ ਤੇ ਇੰਦਰਾ ਗਾਂਧੀ ਨੇ ਰਾਬਤਾ ਕਾਇਮ ਕਰ ਰੱਖਿਆ ਸੀ ਤੇ ਅੰਦਰਲੇ ਖਾਤੇ ਇਹ ਸਾਰੇ ਲੋਕਾਂ ਦੀ ਆਪਸ ਵਿੱਚ ਗੱਲ ਹੁੰਦੀ ਰਹੀ। 1982 ਤੇ 1983 ਦੇ ਸਾਲਾਂ ਤੱਕ ਇਹ ਲੀਡਰਾਂ ਦੀ ਆਪਸ ਦੇ ਵਿੱਚ ਅੰਦਰ ਖਾਤੇ ਅੰਡਰਸਟੈਂਡਿੰਗ ਰਹੀ ਜਾਂ ਅੰਦਰ ਖਾਸੇ ਇਹਨਾਂ ਦਾ ਰਾਬਤਾ ਰਿਹਾ। ਫਿਰ ਬੇਸ਼ੱਕ ਇਹ ਦੋਵੇਂ ਜਿਹੜੀਆਂ ਧਿਰਾਂ ਸਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਪਾਸੇ ਤੇ ਦੂਸਰੇ ਪਾਸੇ ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ ਤੇ ਹੋਰ ਲੋਕ, ਉਹ ਇਤਫਾਕ ਨਹੀਂ ਰੱਖਦੇ ਹੋਣਗੇ। ਉਹ ਬਹੁਤ ਹੱਦ ਤੱਕ ਉਹਨਾਂ ਦੇ ਮਤਭੇਦ ਵੀ ਰਹੇ, ਲੇਕਿਨ ਬਾਅਦ ਦੇ ਵਿੱਚ 1983 ਤੋਂ ਬਾਅਦ ਸਥਿਤੀ ਇਹ ਆ ਗਈ ਵੀ ਇਹ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਤੇ ਉਹ ਜਿਹੜਾ ਆਪਸੀ ਤਾਲਮੇਲ ਸੀ ਜਾਂ ਆਪਸੀ ਜਿਹੜੀ ਗੱਲਬਾਤ ਸੀ ਅੰਦਰ ਖਾਤੇ 'ਚ ਸੀ, ਉਹ ਵੀ ਟੁੱਟ ਗਈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਸੀ, ਕਿਉਂਕਿ ਕੇਂਦਰ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਮੰਨਦੀਆਂ ਨੇ ਇਸ ਚੀਜ਼ ਨੂੰ, ਵੈਲ ਡਾਕੂਮੈਂਟਡ ਹੈ ਤੇ ਕਈ ਜਿਹੜੇ ਡਾਇਰੈਕਟਰ ਆਈ ਵੀ ਉਸ ਵਕਤ ਉਹਨਾਂ ਦਿਨਾਂ 'ਚ ਰਿਹਾ ਕਰਦੇ ਸਨ। TV ਰਾਜੇਸ਼ਵਰ, ਉਹਨਾਂ ਨੇ ਆਪਣੀ ਕਿਤਾਬ ਜਿਹੜੀ ਲਿਖੀ ਹੈ ਉਸ ਦੇ ਵਿੱਚ ਬਖੂਬੀ ਇਸ ਚੀਜ਼ ਨੂੰ ਦਰਜ ਕੀਤਾ ਗਿਆ ਹੈ ਵੀ ਕਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਲ ਜਿਹੜਾ ਇੱਕ ਅੰਦਰਲੇ ਖਾਤੇ ਇੰਦਰਾ ਗਾਂਧੀ ਸਰਕਾਰ ਦਾ ਇੱਕ ਰਾਬਤਾ ਸੀ, ਉਹ ਕੁਝ ਸਾਲ ਤੱਕ ਰਿਹਾ, ਜਿਸ ਤੋਂ ਬਾਅਦ ਕਿ ਉਹ ਟੁੱਟ ਗਿਆ, ਜਿਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਆਉਂਦਿਆਂ ਇਹ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ। ਕਮਿਊਨੀਕੇਸ਼ਨ ਦਾ ਕੋਈ ਵੀ ਨੈਟਵਰਕ ਨਹੀਂ ਸੀ। ਲੇਕਿਨ ਅਸੀਂ ਗੱਲ ਕਰ ਰਹੇ ਸੀ ਗਿਆਨੀ ਜੈਲ ਸਿੰਘ ਦੀ ਤੇ ਦਰਬਾਰਾ ਸਿੰਘ ਦੀ। ਪੰਜਾਬ ਦੇ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਤੇ ਕੇਂਦਰ ਦੇ ਵਿੱਚ ਗਿਆਨੀ ਜੈਲ ਸਿੰਘ ਹੋਮ ਮਿਨਿਸਟਰ। ਸਾਲ 1980 ਇੱਕ ਐਸਾ ਡੈਡਲੀ ਕੰਬੀਨੇਸ਼ਨ ਸੀ ਜੋ ਕਿ ਪੰਜਾਬ ਦੇ ਹਾਲਾਤ ਨੂੰ ਬਿਲਕੁਲ ਸਹੀ ਲੀਹ ਤੇ ਟਰੈਕ ਤੇ ਲਿਆ ਕੇ ਰੱਖ ਸਕਦਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਦੇ ਨਾਲ ਇੱਕ ਬਹੁਤ ਹੀ ਸਮੂਥ ਜਿਹੜਾ ਅੰਦਰਲੇ ਖਾਤੇ ਦਾ ਇੱਕ ਰਾਬਤਾ ਸੀ, ਉਹ ਵੀ ਉਸ ਸਾਲ ਤੱਕ ਬਕਾਇਦਾ ਬਰਕਰਾਰ ਸੀ, ਕਿਉਂਕਿ ਉਸ ਤੋਂ ਬਾਅਦ ਇਹ ਬਹੁਤ ਸੇ ਐਸੇ ਘਟਨਾਕ੍ਰਮ ਨੇ ਜਿਸ ਤੋਂ ਸਥਾਪਿਤ ਤੇ ਸਾਬਤ ਹੁੰਦਾ ਹੈ ਵੀ ਕਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹੁਣ ਜਿਹੜੀ ਲੀਡਸ ਮਿਲਦੀਆਂ ਨੇ ਉਹ ਗਿਆਨੀ ਜੈਲ ਸਿੰਘ ਦੇ ਜ਼ਰੀਏ ਉਹ ਲੀਕਸ ਦੀ ਸ਼ਕਲ ਵਿੱਚ ਮਿਲਦੀਆਂ ਨੇ, ਜਿਸ ਤੋਂ ਬਾਅਦ ਕਿ ਉਹ ਬਹੁਤ ਸੇ ਕੇਸਿਸ ਦੇ ਵਿੱਚ ਬਚ ਨਿਕਲੇ, ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੇ ਆਉਣ ਵਾਲੇ ਵੀਡੀਓ ਦੇ ਵਿੱਚ ਉਹਨਾਂ ਦੇ ਬਾਰੇ ਵਿਸਤਾਰ ਨਾਲ ਦੱਸਾਂਗਾ। ਲੇਕਿਨ ਕੀ ਕਾਰਨ ਸੀ ਕਿ 1980 ਆਉਂਦਿਆਂ ਇਹ ਦੋਵਾਂ ਦੀ ਜਿਹੜੀ ਆਪਸੀ ਦੁਸ਼ਮਣੀ ਸੀ ਉਹ ਪੀਕ ਤੇ ਪਹੁੰਚ ਗਈ। ਅਗਸਤ ਦਾ ਮਹੀਨਾ ਸੀ, ਸਾਲ 1980 ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਦਰਬਾਰਾ ਸਿੰਘ ਦੀ ਜਿਹੜੀ ਸਰਕਾਰ ਸੀ ਉਸਨੇ ਇੱਕ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ ਜਸਟਿਸ ਰਿਟਾਇਰਡ ਗੁਰਦੇਵ ਸਿੰਘ ਕਮਿਸ਼ਨ ਦੀ ਰਿਪੋਰਟ ਸੀ। ਠੀਕ ਉਸੇ ਤਰੀਕੇ ਦੇ ਕਮਿਸ਼ਨ ਜੋ ਕਿ ਅੱਜ ਵੀ ਆਪਾਂ ਵੇਖਦੇ ਹਾਂ, ਜਸਟਿਸ ਰਣਜੀਤ ਸਿੰਘ ਨੂੰ ਆਪਾਂ ਦੇਖਿਆ, ਮਹਿਤਾਬ ਸਿੰਘ ਗਿੱਲ ਨੂੰ ਦੇਖਿਆ, ਅਲੱਗ-ਅਲੱਗ ਕਮਿਸ਼ਨ ਬਣਦੇ ਨੇ। ਲੇਕਿਨ ਸਭ ਤੋਂ ਹੈਰਾਨੀ ਦੀ ਗੱਲ ਸੀ ਜਸਟਿਸ ਗੁਰਦੇਵ ਸਿੰਘ ਦੀ ਜਿਹੜੀ ਕਮਿਸ਼ਨ ਸੀ, ਇਹ ਆਪਣੀ ਹੀ ਸਾਬਕਾ ਜਿਹੜੀ ਗਿਆਨੀ ਜੈਲ ਸਿੰਘ ਦੀ ਸਰਕਾਰ ਰਹੀ ਹੁੰਦੀ ਹੈ ਕਾਂਗਰਸ ਦੀ, ਉਸ ਦੇ ਸਮੇਂ ਦੇ ਵਿੱਚ ਐਮਰਜੈਂਸੀ ਦੇ ਵਿੱਚ ਜਿਹੜੀਆਂ ਵਧੀਕੀਆਂ ਹੋਈਆਂ, ਭ੍ਰਸ਼ਟਾਚਾਰ ਹੋਇਆ, ਪੱਖਪਾਤ ਹੋਇਆ, ਨੌਕਰੀਆਂ ਦੇ ਵਿੱਚ ਜਿਹੜੀ ਲੋਕਾਂ ਨੂੰ ਗਲਤ ਤਰੀਕੇ ਨਾਲ ਭਰਤੀਆਂ ਕੀਤੀਆਂ ਗਈਆਂ, ਉਹਨਾਂ ਦੀ ਸਮੀਖਿਆ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਇਨਕੁਆਇਰੀ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ। ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿਸ ਤਰੀਕੇ ਨਾਲ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦਾ 36 ਦਾ ਆંકੜਾ ਸੀ, ਕਿਉਂਕਿ ਗਿਆਨੀ ਜੈਲ ਸਿੰਘ ਨੂੰ ਵੀ ਆਈਡੀਆ ਸੀ ਵੀ ਮੈਨੂੰ ਐਮਬੈਰਸ ਕਰਨ ਲਈ ਜਾਂ ਮੈਨੂੰ ਥੱਲੇ ਲਾਉਣ ਲਈ ਦਰਬਾਰਾ ਸਿੰਘ ਆਪਣੀਆਂ ਪੂਰੀਆਂ ਜਿਹੜੀਆਂ ਸਕੀਮਾਂ ਹੈਗੇ ਨੇ ਉਹ ਲੜਾ ਰਹੇ ਹੈਗੇ ਨੇ। ਸੋ ਇਸੇ ਤਹਿਤ ਇੱਕ ਕਮਿਸ਼ਨ ਬਣਦਾ ਹੈ ਤੇ ਜਸਟਿਸ ਗੁਰਦੇਵ ਸਿੰਘ ਕਮਿਸ਼ਨ ਵੱਲੋਂ ਆਪਣੀ ਇੱਕ ਰਿਪੋਰਟ ਜਿਹੜੀ ਹੈ ਉਹ ਅਗਸਤ 1980 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ। ਤੇ ਇਹ ਰਿਪੋਰਟ ਐਡੀ ਖਤਰਨਾਕ ਰਿਪੋਰਟ ਸੀ। ਇਸ ਰਿਪੋਰਟ ਦੇ ਵਿੱਚ ਆਪਣੀ ਹੀ ਸਾਬਕਾ ਸਰਕਾਰ ਤੇ ਸਾਬਕਾ ਮੁੱਖ ਮੰਤਰੀ ਦੇ ਸਮੇਂ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ PPSC ਦੇ ਵਿੱਚ ਹੋਈਆਂ ਜਿਹੜੀਆਂ ਵੀ ਭਰਤੀਆਂ ਸਨ,
ਨਿਯੁਕਤੀਆਂ ਸਨ ਉਹਨਾਂ ਦੇ ਵਿੱਚ ਵੱਡੇ ਲੈਵਲ ਤੇ ਬੰਗਲਿੰਗ ਜਾਂ ਫਿਰ ਘੁਟਾਲੇਬਾਜ਼ੀ ਦੇ ਜਿਹੜੇ ਗੰਭੀਰ ਦੂਸ਼ਣ ਲੱਗੇ ਸਨ ਉਹਨਾਂ ਨੂੰ ਸਹੀ ਪਾਇਆ ਗਿਆ, ਉਸ ਦੀ ਤਸਦੀਕ ਕੀਤੀ ਗਈ। ਯਾਨੀ ਕਿ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੀਆਂ ਮਾੜੀਆਂ ਕਰਤੂਤਾਂ ਉੱਤੇ ਇੱਕ ਤਰੀਕੇ ਦੀ ਮੋਹਰ ਜਿਹੜੀ ਸੀ ਜਸਟਿਸ ਗੁਰਦੇਵ ਸਿੰਘ ਕਮਿਸ਼ਨ ਨੇ ਦਰਬਾਰਾ ਸਿੰਘ ਦੀ ਮਿਨਿਸਟਰੀ ਵੇਲੇ ਲਾਤੀ ਸੀ। ਇਹ ਰਿਪੋਰਟ ਜਦੋਂ ਵਿਧਾਨ ਸਭਾ ਵਿੱਚ ਪੇਸ਼ ਹੋਈ, ਇਸ ਦੀ ਆਸ ਤੇ ਉਮੀਦ ਕਿਸੇ ਨੂੰ ਨਹੀਂ ਸੀ ਕਿ ਇਹ ਕਮਿਸ਼ਨ ਇੰਨੀ ਛੇਤੀ ਆਪਣੀ ਘੋਖ ਕਰਕੇ ਇੱਕ ਰਿਪੋਰਟ 1980 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਪੇਸ਼ ਕਰ ਦੇਗਾ, ਜਿਸ ਦੇ ਵਿੱਚ ਕਿ ਇੱਕ ਵੇਰਵਾ ਦਿੱਤਾ ਹੋਇਆ ਸੀ, ਇੱਕ ਤਫਸੀਲ ਦਿੱਤੀ ਹੋਈ ਸੀ ਵੀ ਕਿਸ ਤਰੀਕੇ ਨਾਲ ਜਿਹੜੀ ਪੀਪੀਐਸਸੀ ਦੀ ਭਰਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਘੁਟਾਲੇ ਨੇ। ਮਿਸਾਲ ਦੇ ਤੌਰ ਤੇ ਜਿਹੜੀਆਂ ਵਧੀਕੀਆਂ ਮੁੱਖ ਤੌਰ ਤੇ ਜਸਟਿਸ ਗੁਰਦੇਵ ਸਿੰਘ ਕਮਿਸ਼ਨ ਦੇ ਵਿੱਚ ਪੁਆਇੰਟ ਆਊਟ ਕੀਤੀਆਂ ਗਈਆਂ ਸਨ, ਉਸ ਦੇ ਵਿੱਚ JR ਬੰਸਲ ਨਾਂ ਦੇ ਇੱਕ ਸ਼ਖਸ ਸਨ, ਉਹਨਾਂ ਨੂੰ ਪੀਪੀਐਸਸੀ ਦਾ ਚੇਅਰਮੈਨ ਲਾਤਾ ਗਿਆ ਸੀਗਾ, ਜਦਕਿ 에ਅਰ ਮਾਰਸ਼ਲ ਰਿਟਾਇਰਡ ਸ਼ਿਵਦੇਵ ਸਿੰਘ ਦਾ ਜਿਹੜਾ ਦਾਅਵਾ ਸੀ ਉਹ ਜ਼ਿਆਦਾ ਪ੍ਰਮੁੱਖ ਮੰਨਿਆ ਗਿਆ ਸੀ, ਉਹ ਜ਼ਿਆਦਾ ਮਜ਼ਬੂਤ ਕੈਂਡੀਡੇਟ ਸਨ। ਲੇਕਿਨ ਇੱਕ ਪੱਖਪਾਤ ਦੀ ਕਾਰਵਾਈ ਦੇ ਤਹਿਤ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵੇਲੇ JR ਬੰਸਲ ਨੂੰ ਪੀਪੀਐਸਸੀ ਦਾ ਚੇਅਰਮੈਨ ਲਾਇਆ ਗਿਆ। ਇਸ ਤੋਂ ਇਲਾਵਾ ਇੱਕ ਅਜੈਬ ਸਿੰਘ ਮਚਾਕੀ ਨਾਂ ਦੇ ਜਿਹੜੇ ਕੈਰੈਕਟਰ ਸਨ ਜਾਂ ਕਿਰਦਾਰ ਸਨ, ਉਹਨਾਂ ਨੂੰ ਐਡਮਿਨ ਦਾ ਜਿਹੜਾ ਹੈ ਮੁਖੀ ਲਾਇਆ ਗਿਆ ਸੀਗਾ ਪੰਜਾਬ ਰਾਜ ਬਿਜਲੀ ਬੋਰਡ ਦਾ, ਜਦੋਂ ਕਿ ਉਸ ਵਕਤ ਦੇ ਜਿਹੜੇ ਪਾਵਰ ਮਿਨਿਸਟਰ ਯਾਨੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੇ ਜਿਹੜੇ ਪਾਵਰ ਮਿਨਿਸਟਰ 1972 ਦੇ ਮਿਨਿਸਟਰੀ ਵੇਲੇ ਹੋਇਆ ਕਰਦੇ ਸਨ, ਉਹਨਾਂ ਨੂੰ ਕੌਨਫੀਡੈਂਸ ਵਿੱਚ ਲਏ ਬਗੈਰ, ਉਹਨਾਂ ਤੋਂ ਪੁੱਛੇ ਬਗੈਰ ਮਚਾਕੀ ਸਾਹਿਬ ਨੂੰ ਐਡਮਿਨ ਦਾ ਇੱਕ ਮੈਂਬਰ ਲਾਤਾ ਗਿਆ, ਐਡਮਿਨਿਸਟ੍ਰੇਸ਼ਨ ਦੀ ਟੌਪ ਪੋਸਟ ਉੱਤੇ ਨਿਯੁਕਤ ਕਰਤਾ ਗਿਆ। ਸੋ ਇਹ ਦੂਸਰੀ ਐਸੀ ਜਿਹੜੀ ਅਪਾਇੰਟਮੈਂਟ ਸੀ। ਇਸ ਤੋਂ ਇਲਾਵਾ ਇੱਕ ਨਿਰੰਜਨ ਸਿੰਘ ਮਿੱਠਾ ਨਾਂ ਦਾ ਇੱਕ ਵਿਅਕਤੀ ਸੀ ਜਿਸ ਨੂੰ ਕਿ ਪੀਪੀਐਸਸੀ ਦਾ ਮੈਂਬਰ ਲਾਤਾ ਗਿਆ ਸੀਗਾ, ਜੋ ਕਿ ਕੁਝ ਵੀ ਨਹੀਂ ਸੀ ਬਲਕਿ ਇੱਕ PRO ਸੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ। ਸੋ ਇਸ ਤਰੀਕੇ ਦੀਆਂ ਲਗਭਗ 4-5 ਐਸੀਆਂ ਅਪਾਇੰਟਮੈਂਟਾਂ ਸਨ ਜੋ ਕਿ ਪੀਪੀਐਸਸੀ ਦੇ ਥਰੂ ਹੋਈਆਂ ਤੇ ਜਿਨ੍ਹਾਂ ਵਿੱਚ ਕਿ ਬਹੁਤ ਵੱਡੇ ਲੈਵਲ ਦੀਆਂ ਬੇਨਿਯਮੀਆਂ ਹੋਈਆਂ ਸਨ। ਇਸ ਨੂੰ ਗੁਰਦੇਵ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਅੰਕਿਤ ਕੀਤਾ ਗਿਆ ਤੇ ਨਿਸ਼ਾਨਦੇਹੀ ਕਰਕੇ ਦਰਬਾਰਾ ਸਿੰਘ ਮਿਨਿਸਟਰੀ ਨੇ ਗਿਆਨੀ ਜ਼ੈਲ ਸਿੰਘ ਦੇ ਉੱਤੇ ਇੱਕ ਐਸੀ ਮੋਹਰ ਲਾਤੀ ਕਰਪਸ਼ਨ ਦੀ, ਨੈਪੋਟਿਜ਼ਮ, ਫੇਵਰੇਟਿਜ਼ਮ ਜਾਂ ਪੱਖਪਾਤ ਦੀ। ਇਸ ਤੋਂ ਇਲਾਵਾ ਕੁਝ ਹੋਰ ਪੱਖੋਂ ਵੀ ਜਿਵੇਂ ਕਿ ਐਕਸੈਸਿਸ ਜਿਹੜੇ ਹੋਏ ਸਨ, ਐਮਰਜੈਂਸੀ ਦੇ ਮੌਕੇ ਤੇ ਜਿਹੜੀਆਂ ਵਧੀਕੀਆਂ ਕੀਤੀਆਂ ਗਈਆਂ, ਉਸ ਵਿੱਚ ਵੀ ਕੁਝ ਲੋਕਾਂ ਦੇ ਉੱਤੇ ਤਸ਼ੱਦਦ ਦੇ ਮਾਮਲਿਆਂ ਦੇ ਉੱਤੇ ਇਸ ਰਿਪੋਰਟ ਦੇ ਵਿੱਚ ਬਹੁਤ ਹੀ ਕ੍ਰਿਟੀਕਲ ਵਿਊ ਲਿਆ ਗਿਆ ਤੇ ਇੰਡਾਈਟ ਕੀਤਾ ਗਿਆ, ਯਾਨੀ ਕਿ ਦੋਸ਼ੀ ਪਾਇਆ ਗਿਆ। ਸੋ ਇਸ ਤਰੀਕੇ ਨਾਲ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਜਿਹੜੀ ਆਪਸੀ ਦੁਸ਼ਮਣੀ ਸੀ ਉਹ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਹੋ ਚੁੱਕੀ ਸੀ। ਗਿਆਨੀ ਜ਼ੈਲ ਸਿੰਘ ਸਮਝ ਚੁੱਕੇ ਸਨ ਵੀ ਉਹਨਾਂ ਦੀ ਪੋਜੀਸ਼ਨ ਨੂੰ ਕਮਜ਼ੋਰ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਹ ਉਹ ਹਾਲਾਤ ਸਨ ਜਦੋਂ ਕਿ ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਆਪਣੇ ਦੁਸ਼ਮਣ ਦੇ ਰੂਪ ਵਿੱਚ ਵੇਖਦੀ ਸੀ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਸਕ੍ਰੈਡਿਟ ਕਰਨਾ ਚਾਹੁੰਦੀ ਸੀ। ਇਹ ਉਹ ਹੋੜ ਸੀ ਜਿਸ ਵਿੱਚ ਕਿ ਦਰਬਾਰਾ ਸਿੰਘ ਇੱਕ ਪਾਸੇ ਜੁਟੇ ਹੋਏ ਸਨ ਤੇ ਗਿਆਨੀ ਜ਼ੈਲ ਸਿੰਘ ਇੱਕ ਪਾਸੇ ਜੁਟੇ ਹੋਏ ਸਨ, ਕਿਉਂਕਿ ਦੋਵੇਂ ਲੀਡਰਾਂ ਨੇ ਇੰਦਰਾ ਗਾਂਧੀ ਦੇ ਸਾਹਮਣੇ ਆਪਣੀ ਜਿਹੜੀ ਚੌਧਰ ਸੀ ਉਸ ਨੂੰ ਚਮਕਾਉਣਾ ਸੀ, ਜਾਂ ਫਿਰ ਸੂਬੇ ਦੇ ਵਿੱਚ ਆਪਣੀ ਰਿਸੋਰਸਫੁਲਨੈਸ ਜਿਸ ਨੂੰ ਕਹਿੰਦੇ ਹੈ, ਯਾਨੀ ਕਿ ਕਿੰਨੇ ਕੁ ਤੁਹਾਡੇ ਸਰੋਤ ਨੇ, ਕਿੰਨੇ ਕੁ ਤੁਸੀਂ ਕਾਬਲ ਹੋ, ਕਿੰਨੇ ਕੁ ਤੁਸੀਂ ਰਿਸੋਰਸਫੁਲ ਹੋ, ਇਸ ਚੀਜ਼ ਨੂੰ ਸਾਬਤ ਕਰਨਾ ਸੀ। ਤੇ ਅਕਾਲੀ ਦਲ ਦੇ ਕਾਡਰ ਦੇ ਵਿੱਚ ਸੇਂਧਮਾਰੀ ਕਰਕੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮੈਨੀਪੂਲੇਟ ਕਰਕੇ ਜਾਂ ਉਹਨਾਂ ਨੂੰ ਆਪਣੇ ਹੱਥ ਵਿੱਚ ਰੱਖ ਕੇ ਕੌਣ ਕਿੰਨਾ ਕੰਮ ਕਰਵਾ ਸਕਦਾ ਹੈ, ਇਹ ਇੱਕ ਹੋੜ ਦਾ ਸਬਬ ਸੀ ਇਹ ਦੋਵੇਂ ਲੀਡਰਾਂ ਦੇ ਵਿੱਚ। ਹਾਲਾਂਕਿ ਕਾਮਯਾਬ ਕੋਈ ਵੀ ਲੀਡਰ ਇਹਨਾਂ ਚੋਂ ਨਹੀਂ ਹੋਇਆ, ਕਿਉਂਕਿ ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਉਹ ਕਿਰਦਾਰ ਸਾਬਤ ਹੋਏ ਜਿਨ੍ਹਾਂ ਨੇ ਕਿ ਇੰਦਰਾ ਗਾਂਧੀ ਜਾਂ ਕਾਂਗਰਸ ਸਰਕਾਰ ਦੇ ਖਿਲਾਫ ਉਹ ਪੂਰੀ ਦੀ ਪੂਰੀ ਮੂਵਮੈਂਟ ਨੂੰ ਨਾ ਸਿਰਫ ਲੀਡ ਕੀਤਾ, ਉਹਨਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਅਕਾਲੀ ਦਲ ਦੇ ਨਾਲ ਹੱਥ ਵੀ ਮਿਲਾ ਲਿਆ। ਇਹ ਮੰਤਵ ਸੀ ਜੋ ਕਿ ਕਾਂਗਰਸ ਸਰਕਾਰ ਚਾਹ ਰਹੀ ਸੀ ਵੀ ਅਕਾਲੀ ਦਲ ਦੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵਰਤਣਾ ਹੈ। ਲੇਕਿਨ ਜਦੋਂ ਅਗਸਤ 1982 ਆਉਂਦਿਆਂ ਯਾਨੀ ਕਿ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ, ਉਸ ਵਕਤ ਅਕਾਲੀ ਦੇ ਨਾਲ ਰਲ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਨੇ ਉਸ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ ਤੇ ਉਸ ਨੂੰ ਅੱਗੇ ਲਗਾਏ। ਬਾਅਦ ਦੇ ਵਿੱਚ ਇਹੀ ਧਰਮ ਯੁੱਧ ਮੋਰਚਾ ਜੋ ਕਿ ਸਿਖਰ ਤੇ ਪਹੁੰਚਿਆ ਆਪਰੇਸ਼ਨ ਬਲੂ ਸਟਾਰ ਦੇ ਉਸ ਖੂਨੀ ਸੰਘਰਸ਼ ਦੇ ਰੂਪ ਵਿੱਚ, ਜੋ ਕਿ ਬਹੁਤ ਹੀ ਮੰਦਭਾਗਾ ਸੀ, ਇੱਕ ਤਰਾਸਦੀ ਦਾ ਸਬਬ ਸੀ। ਲੇਕਿਨ ਇਹ ਫੈਕਟ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਵਰਤਣ ਦੀ ਪੂਰੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਫੇਜ਼ ਦੇ ਵਿੱਚ ਕਾਂਗਰਸ ਨੂੰ ਇਹ ਨਜ਼ਰ ਆ ਰਿਹਾ ਸੀ ਵੀ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜ਼ਰੀਏ ਆਪਣੇ ਉਹਨਾਂ ਮੁਫਾਦਾਂ ਨੂੰ ਪੂਰਾ ਕਰ ਲਾਂਗੇ ਜਾਂ ਅਕਾਲੀ ਦਲ ਨੂੰ ਨੁਕਰੇ ਲਾ ਲਿਆਂਗੇ। ਇਹ ਦੋਵੇਂ ਜਿਹੜੇ ਲੋਕਲ ਲੀਡਰਸ਼ਿਪ ਦੇ ਵਿੱਚ ਦੋ ਵੱਡੇ ਕਿਰਦਾਰ ਸਨ, ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ, ਇਹਨਾਂ ਦੀ ਆਪਣੀ ਭੂਮਿਕਾ ਸੀ, ਕਿਉਂਕਿ ਬਤੌਰ ਇੱਕ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਇਹ ਲੀਡਰ ਜੇ ਚਾਹੁੰਦੇ ਤਾਂ ਬਹੁਤ ਵੱਡੀ ਇੱਕ ਅਹਿਮ ਭੂਮਿਕਾ ਅਦਾ ਕਰ ਸਕਦੇ ਸਨ ਇੱਕ ਸਹੀ ਫੀਡਬੈਕ ਦੇਣ ਦੇ ਪੱਖੋਂ। ਕਿਉਂਕਿ 1980 ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦੁਬਾਰਾ ਸਰਕਾਰ ਦੇ ਵਿੱਚ ਪਾਵਰ ਦੇ ਵਿੱਚ ਆਉਂਦੀ ਹੈ ਤਾਂ ਉਹ ਐਮਰਜੈਂਸੀ ਦੇ ਉਸ ਦੌਰ ਦੇ ਉਸ ਸੈਟਬੈਕ ਨੂੰ ਥੱਲੇ ਲਾ ਕੇ ਇੱਕ ਥੰਪਿੰਗ ਮੈਜੋਰਿਟੀ ਦੇ ਨਾਲ ਸਰਕਾਰ ਬਣਾਉਂਦੀ ਹੈ। ਉਸ ਵਕਤ ਉਹਦਾ ਜਿਹੜਾ ਮਨੋਬਲ ਸੀ ਬਹੁਤ ਉੱਚੇ ਸੀ। ਉਸ ਵਕਤ ਉਹਦੇ ਕੋਲ ਪੂਰੇ ਉਹ ਸਮਰੱਥ ਸੰਸਾਧਨ ਵੀ ਸਨ ਤੇ ਐਸੀ ਹਾਲਾਤ ਅਨੁਕੂਲ ਮੌਜੂਦ ਵੀ ਸਨ ਜਦੋਂ ਕਿ ਜੇ ਉਹ ਚਾਹੁੰਦੇ ਤਾਂ ਸਹੀ ਤਰੀਕੇ ਨਾਲ ਪੰਜਾਬ ਦੀ ਸਮੱਸਿਆ ਦਾ ਹੱਲ ਕਰ ਸਕਦੇ ਸਨ। ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੰਗ ਮੁੱਖ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਨੇ 1973 ਤੋਂ ਬਾਅਦ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਬਾਅਦ ਤੋਰ ਰੱਖੀ ਸੀ,
ਉਸ ਦੇ ਵਿੱਚ ਬਹੁਤ ਹੀ ਲਿਮਿਟਿਡ ਗੱਲਾਂ ਬਾਤਾਂ ਸਨ ਜੋ ਕਿ ਮੰਨੀਆਂ ਤਾਂ ਅੱਜ ਤੱਕ ਨਹੀਂ ਗਈਆਂ, ਲੇਕਿਨ ਇੱਕ ਭਰੋਸਾ ਸੀ, ਇੱਕ ਵਿਸ਼ਵਾਸ ਸੀ ਜਿਸ ਨੂੰ ਜਿੱਤਣ ਦੀ ਲੋੜ ਸੀ। ਕੇਂਦਰ ਦੀ ਸਰਕਾਰ ਕੋਈ ਵੀ ਰਹੀ ਹੁੰਦੀ, ਉਸ ਵਕਤ ਇੰਦਰਾ ਗਾਂਧੀ ਸਰਕਾਰ ਸੀ, ਲੇਕਿਨ ਇੰਦਰਾ ਗਾਂਧੀ ਦੀ ਸਰਕਾਰ ਨੇ ਇਸ ਭਰੋਸੇ ਨੂੰ, ਇਸ ਵਿਸ਼ਵਾਸ ਨੂੰ ਜਿੱਤਣ ਦੀ ਬਜਾਏ ਇੱਕ ਬਹੁਤ ਹੀ ਵੱਖਰਾ ਰਸਤਾ ਚੁਣਿਆ। ਉਹਨਾਂ ਨੇ ਆਪਣੇ ਲੀਡਰ ਜਾਂ ਆਪਣੇ ਮਾੜੇ ਲੀਡਰ ਕਹਿ ਲਈਏ, ਚਾਹੇ ਉਹ ਦਰਬਾਰਾ ਸਿੰਘ ਸੂਬੇ ਦੇ ਵਿੱਚ ਸਨ ਜਾਂ ਗਿਆਨੀ ਜ਼ੈਲ ਸਿੰਘ ਜੋ ਕਿ ਕੇਂਦਰ ਦੇ ਵਿੱਚ ਬੈਠਦੇ ਸਨ, ਤੇ ਉਹ ਤਾਂ ਰਾਸ਼ਟਰਪਤੀ ਵੀ 1983 ਦੇ ਵਿੱਚ ਬਣ ਜਾਂਦੇ ਨੇ। ਉਸ ਹਾਲਾਤ ਦੇ ਵਿੱਚ ਕੀ ਕਾਰਨ ਹੁੰਦਾ ਵੀ ਇਹ ਲੋਕ ਆਪਣੀ ਲੀਡਰ, ਆਪਣੀ ਪ੍ਰਾਈਮ ਮਿਨਿਸਟਰ ਨੂੰ ਨਹੀਂ ਸਮਝਾ ਪਾਏ, ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਹ ਲੋਕਾਂ ਨੇ ਉਹ ਮਾੜੀਆਂ ਸਲਾਹਾਂ ਦਿੱਤੀਆਂ, ਉਹ ਜਿਹੜੀਆਂ ਘੁੰਡੀਆਂ ਦੱਸਣ ਦੀਆਂ ਕੋਸ਼ਿਸ਼ ਕੀਤੀਆਂ, ਉਹ ਸਿਆਸੀ ਚਾਲਾਂ, ਉਹ ਲੋਂਬੜ ਚਾਲਾਂ ਜਿਹਨੂੰ ਕਹਿ ਸਕਦੇ ਹਾਂ, ਸਮਝਾਉਣ ਦੀਆਂ ਕੋਸ਼ਿਸ਼ਾਂ ਇਹ ਲੋਕ ਸਾਲਾਂ ਦਰ ਸਾਲ ਕਰਦੇ ਰਹੇ, ਜੋ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਘਾਤਕ ਸਾਬਤ ਹੋਣੀਆਂ ਸਨ। ਇਹਨਾਂ ਦੋਨਾਂ ਲੀਡਰਾਂ ਦੇ ਆਪਣੇ ਮਫਾਦ ਸੀ, ਇਹਨਾਂ ਲੀਡਰਾਂ ਦੇ ਵਿੱਚ ਇੱਕ ਹੋੜ ਸੀ ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਆਪਣੀ ਲੀਡਰਸ਼ਿਪ ਦੇ ਸਾਹਮਣੇ ਲੀਡਰੀ ਚਮਕਾਉਣ ਦੀ, ਤੇ ਕਿਤੇ ਨਾ ਕਿਤੇ ਇਹ ਗੱਲ ਵੀ ਸਾਬਤ ਹੁੰਦੀ ਹੈ ਵੀ ਇਹ ਲੀਡਰ ਫੇਲ ਕਰ ਗਏ, ਆਪਣੀ ਲੀਡਰਸ਼ਿਪ ਨੂੰ ਹੀ ਫੇਲ ਕਰ ਗਏ। ਲੇਕਿਨ ਇਹ ਦੋਵੇਂ ਲੀਡਰ ਜੋ ਕਿ ਪਹਿਲਾਂ ਸ਼ੁਰੂਆਤੀ ਸਟੇਜ ਦੇ ਵਿੱਚ ਆਪਣੀਆਂ ਜਿਹੜੀਆਂ ਘੁੰਡੀਆਂ ਸਨ, ਸਿਆਸੀ ਘੁੰਡੀਆਂ ਲਗਾ ਕੇ ਕਿਤੇ ਨਾ ਕਿਤੇ ਇੰਦਰਾ ਗਾਂਧੀ ਦੇ ਨੇੜੇ ਹੋ ਰਹੇ ਸਨ, ਤੇ ਉਹ ਪਲਮ ਪੋਸਟਿੰਗਸ ਦੇ ਉੱਤੇ ਕੋਈ ਚੀਫ ਮਿਨਿਸਟਰ ਬਣਿਆ ਬੈਠਾ ਸੀ, ਕੋਈ ਹੋਮ ਮਿਨਿਸਟਰ ਦੇ ਬਾਅਦ ਦੇ ਵਿੱਚ ਰਾਸ਼ਟਰਪਤੀ ਵੀ ਬਣ ਗਿਆ, ਲੇਕਿਨ ਇਹ ਦੋਵੇਂ ਲੀਡਰ ਉਸ ਲੂਪ ਦੇ ਵਿੱਚੋਂ ਬਾਹਰ ਹੋ ਚੁੱਕੇ ਸਨ। 1982 ਤੋਂ ਬਾਅਦ 1983 ਤੇ 1984 ਦਾ ਉਹ ਸਾਲ ਜਦੋਂ ਕਿ ਇਹ ਲੀਡਰਾਂ ਨੂੰ ਬਿਲਕੁਲ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ। ਇਸ ਆਪਰੇਸ਼ਨ ਤੋਂ ਪਹਿਲਾਂ ਵੀ ਇਹ ਲੀਡਰਾਂ ਨੂੰ ਕਿਸੇ ਤਰੀਕੇ ਦੀ ਇਹਨਾਂ ਤੋਂ ਸਲਾਹ ਨਹੀਂ ਲਈ ਗਈ, ਕਿਸੇ ਤਰੀਕੇ ਦੀ ਪੁੱਛਗਿੱਛ ਇਹਨਾਂ ਤੋਂ ਨਹੀਂ ਕੀਤੀ ਗਈ। ਅੰਦਰਲੇ ਖਾਤੇ ਜੇ ਕੋਈ ਗੱਲਾਂ ਬਾਤਾਂ ਹੋਈਆਂ ਹੋਣਗੀਆਂ ਤਾਂ ਉਹ ਵੀ ਬਹੁਤ ਹੀ ਕੋਡਿਡ ਤਰੀਕੇ ਨਾਲ ਹੋਈਆਂ, ਤੇ ਸਮਝ ਵਿੱਚ ਇਹ ਆਇਆ ਵੀ ਆਖਰੀ ਸਟੇਜ ਦੇ ਉੱਤੇ ਜਦੋਂ 1984 ਦਾ ਬਲੂ ਸਟਾਰ ਆਪਰੇਸ਼ਨ ਲਾਂਚ ਕਰਨਾ ਸੀ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਸਲਾਹਕਾਰਾਂ ਦੇ ਵਿੱਚੋਂ ਇਹ ਲੋਕ ਪ੍ਰਮੁੱਖ ਨਹੀਂ ਸਨ, ਇਹ ਲੋਕ ਸਾਹਮਣੇ ਨਹੀਂ ਸਨ, ਇਹਨਾਂ ਨੂੰ ਇਗਨੋਰ ਕੀਤਾ ਗਿਆ ਉਸ ਵਕਤ। ਤੇ ਇਹਨਾਂ ਦਾ ਜਿਹੜਾ ਪਿਛੋਕੜ ਸੀ ਉਹ ਇਸ ਚੀਜ਼ ਦੀ ਤਸਦੀਕ ਕਰਦਾ ਸੀ, ਗਵਾਹੀ ਭਰਦਾ ਸੀ ਵੀ ਇਹ ਲੋਕ ਉਸ ਵਿਸ਼ਵਾਸ ਦੇ ਸ਼ਾਇਦ ਕਾਬਲ ਵੀ ਨਹੀਂ ਸਨ। ਉਹ ਇੱਕ ਵੱਖਰੀ ਗੱਲ ਹੈ ਵੀ ਜੇ ਇਹਨਾਂ ਤੋਂ ਪੁੱਛਿਆ ਗਿਆ ਹੁੰਦਾ ਜਾਂ ਇਹਨਾਂ ਨੇ ਕੋਈ ਸਲਾਹ ਦੇਣੀ ਹੁੰਦੀ ਤਾਂ ਸ਼ਾਇਦ ਇਹੋ ਜਿਹੀ ਸਲਾਹ ਨਾ ਦਿੰਦੇ, ਜੋ ਕਿ ਬਾਅਦ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਸ਼ਕਲ ਦੇ ਵਿੱਚ ਇੱਕ ਵੱਡੇ ਸਾਕੇ ਦੇ ਰੂਪ ਵਿੱਚ ਅੰਜਾਮ ਦੇ ਵਿੱਚ ਹੁੰਦੀ ਵੇਖੀ ਗਈ। ਲੇਕਿਨ ਇਹ ਸਮਝਣ ਦੀ ਗੱਲ ਹੈ ਵੀ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਇਹ ਦੋ ਐਸੇ ਲੀਡਰ ਨੇ, ਕਾਂਗਰਸ ਦੇ ਲੀਡਰ ਨੇ, ਜਿਨ੍ਹਾਂ ਦੀ ਆਪਸੀ ਦੁਸ਼ਮਣੀ ਤੇ ਆਪਸੀ ਕੁੜੱਤਣ, ਰੰਜਿਸ਼ ਤੇ ਖਹਿਬਾਜ਼ੀ, ਖਾਨੇ ਜੰਗੀ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਕਰਾਤਾ। ਐਸੀਆਂ ਪਿਵਟਲ ਜਾਂ ਐਸੀਆਂ ਅਹਿਮ ਅਹੁਦਿਆਂ ਤੇ ਬੈਠ ਕੇ ਵੀ ਇਹ ਲੋਕ ਉਹ ਚੀਜ਼ ਨਹੀਂ ਕਰ ਪਾਏ ਜੋ ਕਿ ਇੱਕ ਸਿਆਸੀ ਲੀਡਰ ਦਾ ਕੰਮ ਹੋਣਾ ਚਾਹੀਦਾ ਹੈ। ਮਸਲੇ ਨੂੰ ਹੱਲ ਕਰਵਾਉਣ ਜਾਂ ਮਸਲੇ ਨੂੰ ਇੱਕ ਸਹੀ ਦਿਸ਼ਾ ਵੱਲ ਤੋਰਨ ਦੇ ਪੱਖੋਂ ਇਹ ਲੀਡਰ ਨਾਕਾਮਯਾਬ ਹੀ ਨਹੀਂ ਰਹੇ, ਬਲਕਿ ਇਹ ਅਪਰਾਧਿਕ ਪੱਧਰ ਦੀਆਂ ਗਲਤੀਆਂ ਇਹਨਾਂ ਨੇ ਕੀਤੀਆਂ, ਤੇ ਇਹਨਾਂ ਨੇ ਉਸ ਪੂਰੇ ਜਿਹਨੂੰ ਕਹਿੰਦੇ ਵੀ ਬਲਦੀ ਦੇ ਵਿੱਚ ਹੋਰ ਤੇਲ ਪਾਉਣ ਦਾ ਕੰਮ ਕੀਤਾ। ਉਸ ਤਰੀਕੇ ਦੀ ਭੂਮਿਕਾ ਇਹ ਲੀਡਰਾਂ ਦੀ ਵੇਖੀ ਜਾ ਸਕਦੀ ਹੈ। ਅੱਜ ਅਸੀਂ ਜਦੋਂ 2021 ਵਿੱਚ ਖੜੇ ਹੋ ਕੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਜਿਹੜੀ ਖਹਿਬਾਜ਼ੀ ਜਾਂ ਕਲੈਸ਼ ਹੋ ਰਿਹਾ ਹੈ, ਤੇ ਦੇਖਦੇ ਹਾਂ ਵੀ ਕੇਂਦਰ ਸਰਕਾਰ ਦੇ ਜਾਂ ਕੇਂਦਰ ਦੀ ਹਾਈ ਕਮਾਂਡ ਦੇ ਵਿੱਚ ਜਾਂ ਉਹਦੀ ਕਚਹਿਰੀ ਦੇ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ। ਕਿਤੇ ਨਾ ਕਿਤੇ ਯਾਦ 1980 ਜਾਂ 1980 ਤੋਂ ਲੈ ਕੇ 84 ਦੇ ਉਸ ਖੂਨੀ ਦੌਰ ਦੀ ਆ ਜਾਂਦੀ ਹੈ, ਜਦੋਂ ਕਿ ਹਾਲਾਤ ਮਾੜੇ ਸਨ, ਹਾਲਾਤ ਹੋਰ ਮਾੜੇ ਹੋ ਰਹੇ ਸਨ। ਉਸ ਵਕਤ ਵੀ ਇਹ ਲੀਡਰਾਂ ਨੇ ਆਪਣੀ ਖਾਨਾ ਜੰਗੀ ਬੰਦ ਨਹੀਂ ਕੀਤੀ। ਅੱਜ ਵੀ ਹੈਰਾਨੀ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਐਡੇ ਕਹਿੰਦੇ ਚਲੰਤ ਮਾਮਲੇ ਨੇ, ਐਡੇ ਜਲਣ ਵਾਲੇ ਭਖਦੇ ਮਸਲੇ ਹੈਗੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਵੀ ਸੂਬੇ ਦੇ ਲੋਕਾਂ ਦੀ ਕਰੋਨਾ ਤੋਂ ਜਿਹੜੀ ਤਰਾਹਿਮਾਮ ਮਚੀ ਹੋਈ ਹੈ, ਉਹ ਸਾਰੇ ਸਰੋਕਾਰਾਂ ਤੋਂ ਲੋਕਾਂ ਨੂੰ, ਨੌਜਵਾਨਾਂ ਨੂੰ ਬੇਰੁਜ਼ਗਾਰੀ ਚੋਂ ਕੱਢਣ ਦੇ ਪੱਖੋਂ, ਸੂਬੇ ਨੂੰ ਕਰਜ਼ੇ ਦੇ ਵਿੱਚੋਂ ਕੱਢਣ ਦੇ ਪੱਖੋਂ ਇੱਕ ਨਾਕਾਮਯਾਬ ਸਾਬਤ ਹੋ ਰਹੀ ਸਰਕਾਰ ਅੱਜ ਆਪਣਾ ਰੋਣਾ ਲੈ ਕੇ ਹਾਈ ਕਮਾਂਡ ਦੇ ਦਰਬਾਰ ਵਿੱਚ ਬੈਠੀ ਹੈ, ਤੇ ਸਾਡੇ ਮੀਡੀਆ ਤੇ ਸਾਡੇ ਜਿਹੜੇ ਸਾਥੀ ਨੇ ਪ੍ਰੋਮੀਨੈਂਟਲੀ ਉਹਨਾਂ ਨੂੰ ਕਵਰ ਕਰ ਰਹੇ ਹੈਗੇ ਨੇ, ਤੇ ਹੋਰ ਪੰਜਾਬ ਦੇ ਸਾਰੇ ਸਰੋਕਾਰ ਕਿਤੇ ਨਾ ਕਿਤੇ ਅਸੀਂ ਡਸਟਬਿਨ ਵਿੱਚ ਸਿੱਟਦੇ ਨੇ। ਲਗਭਗ ਇਹੀ ਸਥਿਤੀ ਸੀ ਉਸ ਵਕਤ ਵੀ। ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਕਾਂਗਰਸ ਦੇ ਜਿਹੜੇ ਟੌਪ ਦੇ ਉੱਤਰੇ ਲੀਡਰਸ ਹੈਗੇ ਨੇ, ਇਹਨਾਂ ਦੀ ਜਿਹੜੀ ਆਪਸੀ ਖਹਿਬਾਜ਼ੀ ਹੈ, ਆਪਸੀ ਸੌੜੇ ਹਿੱਤਾਂ ਤੋਂ ਪ੍ਰੇਰਿਤ ਜਿਹੜੀ ਰੰਜਿਸ਼ ਹੈ, ਕੁਰਸੀ ਦਾ ਜਿਹੜਾ ਸਾਰਾ ਖੇਡ ਹੈ, ਇੱਕ ਦੂਸਰੇ ਤੋਂ ਉੱਤੇ ਸਾਬਤ ਹੋਣ ਦੀ ਜਿਹੜੀ ਪੂਰਾ ਇੱਕ ਕਲਚਰ ਕਾਂਗਰਸ ਦਾ ਰਿਹਾ ਹੈ। ਅਨਫੋਰਚੂਨੇਟਲੀ ਮੈਂ ਇੱਕ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਸੀ, ਲੇਕਿਨ ਮੈਂ ਤੁਹਾਨੂੰ ਇੱਕ ਹਿਸਟੋਰੀਕਲ ਪਰਸਪੈਕਟਿਵ ਵਿਖਾਇਆ ਹੈ। ਉਸ ਵਕਤ ਵੀ ਕਮਿਸ਼ਨਾਂ ਬੈਠਦੀਆਂ ਸਨ, ਅੱਜ ਵੀ ਕਮਿਸ਼ਨਾਂ ਬੈਠਦੀਆਂ ਨੇ, ਲੇਕਿਨ ਉਸ ਵਕਤ ਹੈਰਾਨੀ ਦੀ ਗੱਲ ਹੈ ਵੀ ਆਪਣੀ ਹੀ ਸਰਕਾਰ ਜਾਂ ਆਪਣੇ ਹੀ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਇੱਕ ਕਮਿਸ਼ਨ ਨੇ ਐਡੀ ਡੈਮੇਜਿੰਗ ਰਿਪੋਰਟ ਦਿੱਤੀ ਸੀ। ਅੱਜ ਤਾਂ ਅਸੀਂ ਵਿਰੋਧੀ ਪਾਰਟੀਆਂ ਦੇ ਖਿਲਾਫ ਵੀ ਕਮਿਸ਼ਨਾਂ ਦੀਆਂ ਰਿਪੋਰਟਾਂ ਦੇ ਵਿੱਚ ਐਸੇ ਕ੍ਰਿਟੀਕਲ ਪੁਆਇੰਟ ਲੱਭਣ ਨੂੰ ਤਰਸਦੇ ਹਾਂ। ਸੋ ਜ਼ਾਹਿਰੀ ਗੱਲ ਹੈਗੀ ਵੀ ਜਦੋਂ ਵੀ ਕਿਸੇ ਪਾਰਟੀ ਦੇ ਵਿੱਚ ਅੰਦਰੂਨੀ ਕਲੇਸ਼ ਹੁੰਦਾ ਹੈ ਤਾਂ ਉਸ ਦੇ ਨਾਲ ਨੁਕਸਾਨ ਸੂਬੇ ਦਾ ਹੁੰਦਾ ਹੈ। ਅੱਜ ਇਹ ਚੀਜ਼ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਸਮਝਣ ਦੀ ਲੋੜ ਹੈ। ਆਪਣੇ ਮੁਫਾਦਾਂ, ਆਪਣੇ ਸੌੜੇ ਹਿੱਤਾਂ, ਕੁਰਸੀ ਦੇ ਉੱਤੇ ਬੈਠਣ ਦੀ ਆਪਣੀ ਜਿਹੜੀ ਭੁੱਖ ਹੈ, ਉਸ ਦੀ ਹੋੜ ਦੇ ਵਿੱਚ ਕੇਂਦਰ ਦੀ ਹਾਈ ਕਮਾਨ, ਕਾਂਗਰਸ ਦੀ ਹਾਈ ਕਮਾਨ ਕੋਲ ਭੱਜੇ ਨੱਠੇ ਜਾ ਰਹੇ ਨੇ। ਆਪਣੇ ਆਪਣੇ ਵਿਧਾਇਕਾਂ ਦੇ ਨਾਲ ਇੱਕ ਸ਼ਕਤੀ ਪ੍ਰਦਰਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਹ ਚੀਜ਼ ਬਹੁਤ ਹੀ ਮੰਦਭਾਗੇ ਟ੍ਰੈਂਡ ਵੱਲ ਸਾਨੂੰ ਤੋਰਨ ਦੀ ਅੱਜ ਵੀ ਸਮਰੱਥਾ
ਰੱਖ ਦਈਏ, ਕਿਉਂਕਿ ਬੇਸ਼ੱਕ ਅੱਜ ਉਹ ਦੌਰ ਨਹੀਂ ਹੈ, ਅੱਜ ਉਹ ਸੈਸੈਸ਼ਨਿਸਟ ਜਾਂ ਵੱਖਵਾਦ ਦਾ ਦੌਰ ਨਹੀਂ ਹੈ, ਅੱਜ ਉਹ ਦਹਿਸ਼ਤਗਰਦੀ ਜਾਂ ਅੱਤਵਾਦ ਦਾ ਦੌਰ ਨਹੀਂ ਹੈ। ਲੇਕਿਨ ਇਹ ਤਾਂ ਤੈਅ ਹੈ ਵੀ ਪੰਜਾਬ ਦੇ ਸਾਹਮਣੇ ਅੱਜ ਵੀ ਜਿਹੜੀ ਚੁਣੌਤੀਆਂ ਨੇ ਉਹ ਬਹੁਤ ਹੀ ਜ਼ਿਆਦਾ ਗੰਭੀਰ ਨੇ। ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਦੀ ਇਸ ਆਪਸੀ ਤਲਖੀ ਜਾਂ ਤਣਾਅ ਭਰੇ ਮਾਹੌਲ ਨੇ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਕਰਤਾ, ਇਹ ਲੀਡਰ ਨੇ ਕਿੱਡਾ ਵੱਡਾ ਨੁਕਸਾਨ ਕਰਤਾ। ਜੇ ਇਹ ਕੋਈ ਸਬਕ ਹੈ ਤਾਂ ਉਸ ਨੂੰ ਸਭ ਤੋਂ ਜ਼ਿਆਦਾ ਸਮਝਣ ਦੀ ਲੋੜ ਅੱਜ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਵਰਗੇ ਲੀਡਰਾਂ ਨੂੰ ਹੈ। ਕੰਮ ਕਰਨ ਦੀ ਲੋੜ ਹੈ, ਅੱਜ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ, ਨਾ ਕਿ ਆਪਣੀ ਕੁਰਸੀਆਂ ਲਈ ਕੇਂਦਰ ਦੇ ਦਰਬਾਰ ਵਿੱਚ ਜਾ ਕੇ ਹਾਜ਼ਰੀਆਂ ਭਰਨ ਦੀ ਤੇ ਲੋਕਾਂ ਨੂੰ ਜਾਂ ਮੀਡੀਆ ਦੇ ਵਿੱਚ ਇਸੀ ਭੰਬਲ ਭੂਸੇ ਨੂੰ ਅੱਗੇ ਤੋਰੇ ਰੱਖਣ ਦੀ, ਜਿਵੇਂ ਪੰਜਾਬ ਦੇ ਵਿੱਚ ਹੋਰ ਸਾਰੇ ਮੁੱਦੇ ਜਾਂ ਸਰੋਕਾਰ ਮੁੱਕ ਚੁੱਕੇ ਨੇ। ਸੋ ਇਸ ਨੋਟ ਦੇ ਉੱਤੇ ਅੱਜ ਇਸ ਗੱਲਬਾਤ ਨੂੰ ਖਤਮ ਕਰਦਾ ਹੈ, ਕਿਉਂਕਿ 1984 ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਉਹ ਮੰਦਭਾਗਾ ਚੈਪਟਰ ਹੈ ਸਾਡੇ ਦੇਸ਼ ਦਾ, ਸਾਡੇ ਮੁਲਕ ਦੇ ਇਤਿਹਾਸ ਦਾ, ਜਿਸ ਨੂੰ ਜਦੋਂ ਵੀ ਛੇੜਦੇ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ, ਬਹੁਤ ਕਸ਼ਟ, ਬਹੁਤ ਪੀੜਾ ਹੁੰਦੀ ਹੈ। ਲੇਕਿਨ ਇਸ ਚੀਜ਼ ਨੂੰ ਕੋਖਣਾ ਜ਼ਰੂਰੀ ਹੈ ਤੇ ਕੁਝ ਇਤਿਹਾਸਿਕ ਤੱਥਾਂ ਦੀ ਰੋਸ਼ਨੀ ਦੇ ਵਿੱਚ ਅਸੀਂ ਸਮੀਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਝ ਨਵੇਂ ਪਹਿਲੂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਨਵੇਂ ਐਂਗਲਸ ਐਕਸਪਲੋਰ ਕਰਦੇ ਹਾਂ ਤੇ ਖਾਸ ਕਰਕੇ ਆਪਰੇਸ਼ਨ ਜਾਂ ਮਿਲਟਰੀ ਆਪਰੇਸ਼ਨ ਤੋਂ ਹਟ ਕੇ ਮੈਂ ਉਹਨਾਂ ਲੀਡਰਸ ਤੇ ਕਿਰਦਾਰਾਂ ਤੱਕ ਆਉਣਾ ਚਾਹਾਂਗਾ ਜਿਨ੍ਹਾਂ ਦੀ ਭੂਮਿਕਾ ਕਾਫੀ ਅਹਿਮ ਰਹੀ। ਇੰਦਰਾ ਗਾਂਧੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਲੀਡਰਾਂ ਦੀ ਭੂਮਿਕਾ ਉੱਤੇ ਵੀ ਇਸ ਤਰੀਕੇ ਦੀ ਸਮੀਖਿਆ ਲੈ ਕੇ ਇੱਕ ਅਗਲੇ ਹੋਰ ਵੀਡੀਓ ਦੇ ਵਿੱਚ, ਰਿਪੋਰਟ ਦੇ ਵਿੱਚ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ। ਸਾਡੇ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ।